ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਗਲੇ ਅਧਿਆਇ ਬਾਰੇ। ਬਾਲਾ ਜੀ ਨੇ ਅੱਗੇ ਦੱਸਿਆ, ਮਹਾਰਾਜ ਜੀਓ, ਗੁਰੂ ਜੀ ਰਸਤੇ ਵਿੱਚ ਤੁਰੇ ਆਉਂਦੇ ਹੀ ਸ਼ਮਸ਼ ਦੀ ਕਹਾਣੀ ਸੁਣਾਉਂਦੇ ਹੋਏ ਉਸ ਨਗਰ ਵਿੱਚ ਪਹੁੰਚ ਗਏ ਜਿੱਥੇ ਸ਼ਹੁ ਸੁਹਾਗਣ ਦਾ ਪਖੰਡ ਉਘੇੜਿਆ ਸੀ ਅਤੇ ਉਸ ਪ੍ਰੇਮਣ ਮਾਈ ਦੇ ਘਰ ਜਾ ਕੇ ਠਹਿਰੇ ਜਿਸ ਦੇ ਘਰ ਪਹਿਲਾਂ ਟਿਕੇ ਸਨ। ਉਸ ਦਿਨ ਵੀ ਚੰਦ ਰਾਤ ਸੀ, ਪਰ ਸਹੁ ਸੁਹਾਗਣ ਦਾ ਮੇਲ ਕੋਈ ਨਾ ਹੋਇਆ। ਗੁਰੂ ਜੀ ਨੇ ਮਾਈ ਨੂੰ ਪੁੱਛਿਆ ਕਿ ਸਹੁ ਸੁਹਾਗਣ ਦਾ ਅੱਜ ਮੇਲ ਕਿਉਂ ਨਹੀਂ ਹੋਇਆ? ਸਹੁ ਸੁਹਾਗਣ ਕਿੱਥੇ ਹੈ? ਮਾਈ ਨੇ ਦੱਸਿਆ, ਮਹਾਰਾਜ, ਉਹ ਪਖੰਡੀ ਸੀ। ਉਸ ਦਾ ਪਾਜ ਲੋਕਾਂ ਵਿੱਚ ਉਗੜ ਗਿਆ ਤੇ ਹੁਣ ਉਸ ਨੂੰ ਕੋਈ ਨਹੀਂ ਪੂਜਦਾ। ਮਾਈ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਘਰੋਂ ਬਾਹਰ ਜਾ ਬੈਠੇ। ਇੱਕ ਲੂਲਾ ਲੰਗੜਾ ਆਦਮੀ ਆਇਆ ਜਿਸ ਦੇ ਹੱਥ ਪੈਰ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਹੀ ਠੀਕ ਹੋ ਗਏ। ਉਹ ਆਦਮੀ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ ਅਤੇ ਉਸਤਤ ਕਰਨ ਲੱਗਾ। ਗੁਰੂ ਜੀ ਨੇ ਉਸਨੂੰ ਕਿਹਾ ਕਿ ਜੇ ਕੋਈ ਪੁੱਛੇ ਤੈਨੂੰ ਰਾਜੀ ਕਿਸਨੇ ਕੀਤਾ ਹੈ ਤਾਂ ਕਹਿਣਾ, ਇਹ ਕਿਰਪਾ ਮੇਰੇ 'ਤੇ ਸਹੁ ਸੁਹਾਗਣ ਨੇ ਕੀਤੀ ਹੈ। ਉਹ ਪੁਰਸ਼ ਜਦ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸਨੂੰ ਪੁੱਛਿਆ ਕਿ ਤੇਰੇ ਹੱਥ ਪੈਰ ਠੀਕ ਕਿਸ ਤਰ੍ਹਾਂ ਹੋ ਗਏ ਹਨ? ਉਹਨੇ ਦੱਸਿਆ ਕਿ ਇਹ ਸਹੁ ਸੁਹਾਗਣ ਨੇ ਠੀਕ ਕੀਤੇ ਹਨ। ਇਹ ਗੱਲ ਛਿਣ ਪਲ ਵਿੱਚ ਹੀ ਸਾਰੇ ਲੋਕਾਂ ਵਿੱਚ ਫੈਲ ਗਈ ਕਿ ਇੱਕ ਲੂਲੇ ਲੰਗੜੇ ਨੂੰ ਸਹੁ ਸੁਹਾਗਣ ਨੇ ਰਾਜੀ ਕਰ ਦਿੱਤਾ ਹੈ। ਸਹੁ ਸੁਹਾਗਣ ਆਪ ਵੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਕੋਈ ਨਹੀਂ। ਉਹ ਕਿਹੜਾ ਸਹੁ ਸੁਹਾਗਣ ਹੈ? ਉਸ ਦੇ ਦਰਸ਼ਨ ਕਰਨੇ ਚਾਹੀਦੇ ਹਨ। ਤਦ ਉਸਨੇ ਉਸ ਆਦਮੀ ਨੂੰ ਆਖਿਆ ਕਿ ਮੈਨੂੰ ਉਸ ਭਲੇ ਪੁਰਸ਼ ਪਾਸ ਲੈ ਚੱਲ ਜਿਸਨੇ ਤੈਨੂੰ ਰਾਜੀ ਕੀਤਾ ਹੈ। ਜਦ ਉਹ ਆਦਮੀ ਸਹੁ ਸੁਹਾਗਣ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ ਤਾਂ ਸਹੁ ਸੁਹਾਗਣ ਗੁਰੂ ਜੀ ਨੂੰ ਵੇਖ ਕੇ ਆਪਣੇ ਗਲ ਵਿੱਚ ਪੱਲਾ ਪਾ ਕੇ ਆਪ ਜੀ ਦੇ ਚਰਨਾਂ 'ਤੇ ਪੈ ਗਿਆ ਅਤੇ ਕਿਹਾ ਕਿ ਆਪ ਜੀ ਨੇ ਲੋਕਾਂ ਵਿੱਚ ਮੇਰੀ ਵਡਿਆਈ ਫਿਰ ਕਾਇਮ ਕਰ ਦਿੱਤੀ ਹੈ। ਮੈਂ ਭਾਵੇਂ ਅਣਜਾਣ ਪੁਣੇ ਵਿੱਚ ਤੁਹਾਡੀ ਨਿਰਾਦਰੀ ਹੀ ਕੀਤੀ ਸੀ। ਹੁਣ ਮੈਂ ਉਸ ਆਪਣੀ ਭੁੱਲ ਦੀ ਮਾਫ਼ੀ ਮੰਗਦਾ ਹਾਂ। ਮੈਂ ਤੁਹਾਡਾ ਦਾਸ ਹਾਂ, ਭੁੱਲ ਬਖਸ਼ ਦਿਓ। तद गुरु जी ने कहा, सौ सुहागन सबको दर्शन दीजिए, सबके दर्शन ले, सदा बंदगी कीजिए, मन खुदाई में दे। गुरु जी दे ये बचन सुन के सौ सुहागन बड़े सत्कार नाल मन के गुरु जी की उपमा करदा होया घर नूं चलिया गया। लूले लंगड़े नूं राजी कर देण दी इसकी शक्ति वेख के लोग फिर इसकी बड़ी महिमा करन लग पए अते चंद रात दा मेला फिर बड़ी शान नाल होण लग पिया। इसके चेले पैरां नूं घुंघरू अते गल विच मौली दा आटा अपने भेख दी निशानी वजों रखदे सन। सौ सुहागण पासों चल के गुरु जी बाल गुदाई दे टिल्ले ते पहुँच गए। इस डेरे विच बहुत जोगी रहिंदे सन। बाल गुदाई दे डेरे विच घोड़े सवारी वास्ते, कपड़े पहनण अते चंगे भोजन छकण वास्ते हर एक यात्रु नूं बड़े प्रेम नाल दिते जांदे सन। बड़े सुंदर मंदिरां विच निवास कराया जांदा सी अते हर प्रकार दी सेवा कीती जांदी सी। बाल गुदाई नूं जद पता लगा कि कोई फकीर बाहर बैठे हन तां उसने अपने चेले दो जोगियां नूं भेजिया कि उन्हां नूं डेरे दे अंदर ले आओ। जद उन्हां जोगियां ने जाके कहा, हे अतीतो, उठ के बहुत बाल गुदाई दे डेरे चलो अते सुंदर मंदिरां विच सुख निवास करो। गुरु जी ने कहा, असी जिथे बैठे हाँ इत्थे ही रात बतीत करके अगे जावांगे। मंदिरां विच निवास करना अतीतां दा काम नहीं है। जद यह गल बाल गुदाई पास चेलियां ने जाके दसी तो उसने आप गुरु जी दे पास आन के बड़े सत्कार नाल कहा, अतीतो, मेरे नाल चल के मंदिर विच निवास करो, इत्थे ना बैठो, बारिश पैण वाली है। गुरु जी ने कहा, असी अतीत हाँ, जैसा दुख सुख दा समा बनेगा कट लवांगे, साडा मत इस तरह दा ही है।
ਬਾਲ ਗੁਦਾਈ ਨੇ ਕਿਹਾ, ਜੇ ਸੁਭਾਵਕ ਸਮਾਜ ਵੱਲੋਂ ਕੋਈ ਸੁੱਖ ਪ੍ਰਾਪਤ ਹੋਵੇ ਤਾਂ ਉਸ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਸਭ ਪਦਾਰਥ ਪਰਮੇਸ਼ਵਰ ਦੇ ਹਨ, ਉਹਨਾਂ ਨਾਲ ਪਰ ਸਵਾਰਥ ਕਰਨਾ ਹੀ ਚੰਗਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬਾਲ ਗੁਦਾਈ ਗੁਰੂ ਜੀ ਨੂੰ ਆਪਣੇ ਡੇਰੇ ਵਿੱਚ ਲੈ ਗਿਆ ਅਤੇ ਕਹਿਣ ਲੱਗਾ, ਵੇਖੋ ਕੈਸੇ ਸੁੰਦਰ ਮੰਦਰ ਹਨ, ਇੱਥੇ ਵਿਸ਼ਰਾਮ ਕਰੋ। ਫਿਰ ਉਸਨੇ ਵਸਤਰਾਂ ਦੇ ਭੰਡਾਰ ਵਿਖਾਏ, ਘੋੜਸ਼ਾਲਾ ਅਤੇ ਭਾਂਤ-ਭਾਂਤ ਦੇ ਹੋਰ ਕਈ ਰੰਗ ਵਿਖਾਏ। ਤਦ ਗੁਰੂ ਜੀ ਨੇ ਕਿਹਾ, ਇਹ ਪਾਤਸ਼ਾਹੀ ਲੀਲਾ ਦੇ ਰੰਗ ਹਨ। ਅਸੀਂ ਅਤੀਤ ਹੋ ਕੇ ਇਹ ਸਾਰੇ ਸਮਾਜ ਤਿਆਗ ਦਿੱਤੇ ਹੋਏ ਹਨ। ਇਹਨਾਂ ਨੂੰ ਵੇਖਣ ਦਾ ਸਾਡਾ ਕੀ ਕੰਮ ਹੈ? ਆਤਮ ਗਿਆਨ ਦਾ ਹੋਣਾ ਅਤੇ ਹੰਕਾਰ ਦਾ ਤਿਆਗ ਕਰਨਾ ਹੀ ਸਾਡਾ ਤੁਹਾਡਾ ਧਨ ਹੈ। ਸਾਨੂੰ ਇਹੀ ਵੇਖਣਾ ਚਾਹੀਦਾ ਹੈ, ਜਿਸ ਨੂੰ ਪਾ ਕੇ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਬਚਨ ਸੁਣ ਕੇ ਬਾਲ ਗੁਦਾਈ ਨੇ ਬੜਾ ਹੈਰਾਨ ਹੋ ਕੇ ਪੁੱਛਿਆ, ਹੇ ਅਤੀਤ, ਤੁਹਾਡਾ ਨਾਮ ਕੀ ਹੈ? ਕਿੱਧਰੋਂ ਆਏ ਹੋ ਅਤੇ ਕਿੱਧਰ ਜਾਓਗੇ? ਤੁਹਾਡਾ ਭੇਖ ਅਤੇ ਸੁਭਾਅ ਬੜਾ ਚੰਗਾ ਹੈ। ਗੁਰੂ ਜੀ ਨੇ ਕਿਹਾ, ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਇਸ ਦਾ ਨਾਮ ਲੋਕ ਬਾਲਾ ਕਹਿੰਦੇ ਹਨ। ਜਦ ਬਾਲ ਗੁਦਾਈ ਨੇ ਗੁਰੂ ਜੀ ਦਾ ਨਾਮ ਸੁਣਿਆ ਤਾਂ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਕਹਿਣ ਲੱਗਾ, ਮੈਨੂੰ ਹੁਣ ਪਤਾ ਲੱਗਾ ਹੈ, ਤੁਸੀਂ ਉਹੀ ਸ਼੍ਰੀ ਨਾਨਕ ਹੋ ਜਿਨ੍ਹਾਂ ਦੀ ਸਿੱਧਾਂ ਨਾਲ ਚਰਚਾ ਹੋਈ ਸੀ। ਤੁਸੀਂ ਬੜੇ ਸ਼ਕਤੀਵਾਨ ਹੋ। ਮੇਰੀ ਇੱਕ ਗੱਲ ਦਾ ਉੱਤਰ ਦਿਓ ਕਿ ਬਾਹਰ ਜਿੱਥੇ ਤੁਸੀਂ ਬੈਠੇ ਸੀ ਉੱਥੇ ਸੁੱਖ ਪਾਇਆ ਸੀ ਕਿ ਦੁੱਖ? ਹੁਣ ਇਹਨਾਂ ਸੁੰਦਰ ਮੰਦਰਾਂ ਵਿੱਚ ਆਏ ਹੋ ਜਿੱਥੇ ਸਾਰਾ ਕਸ਼ਟ ਦੂਰ ਹੋ ਜਾਏਗਾ। ਗੁਰੂ ਜੀ ਨੇ ਕਿਹਾ, ਜੋ ਫਕੀਰ ਹੈ ਉਹ ਸੁੰਦਰ ਮੰਦਰ ਕਿੱਥੇ ਲੱਭੇ? ਉਹ ਜਿੱਥੇ ਜਾਵੇ ਉਸਦੀ ਉੱਥੇ ਗਜਰਾਨ ਹੋ ਜਾਂਦੀ ਹੈ। ਫਿਰ ਬਾਲ ਗੁਦਾਈ ਨੇ ਕਿਹਾ, ਤੁਸਾਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਕਿ ਸੁੱਖ ਨਾਲ ਗੁਜ਼ਰਦੀ ਹੈ ਕਿ ਦੁੱਖ ਨਾਲ। ਤਦ ਗੁਰੂ ਜੀ ਨੇ ਕਿਹਾ, ਜਦ ਮਨ ਵਿੱਚ ਇੱਛਾਵਾਂ ਦੇ ਬੱਦਲ ਚੜ੍ਹੇ ਹੁੰਦੇ ਹਨ ਤਦ ਦੁੱਖ ਨਾਲ ਬੀਤਦੀ ਹੈ। ਤਦ ਬਾਲ ਗੁਦਾਈ ਨੇ ਹੱਥ ਵਿੱਚ ਸਾਗ ਤੇ ਪਖੜੇ ਦੀ ਰੋਟੀ ਲੈ ਕੇ ਕਿਹਾ, ਮੇਰਾ ਆਪਣਾ ਭੋਜਨ ਤਾਂ ਇਹ ਹੈ, ਪਰ ਮੇਰੇ ਡੇਰੇ ਵਿੱਚ ਨਾਨਾ ਪ੍ਰਕਾਰ ਦੇ ਸੁੰਦਰ ਭੋਜਨ ਪਰਉਪਕਾਰ ਵਾਸਤੇ ਹੀ ਹਨ। ਮੈਂ ਆਪ ਇਹਨਾਂ ਚੰਗੇ ਭੋਜਨਾਂ ਨੂੰ ਕਦੀ ਨਹੀਂ ਖਾਧਾ, ਦੂਜੇ ਲੋਕਾਂ ਦੇ ਸੁੱਖ ਵਾਸਤੇ ਹੀ ਤਿਆਰ ਹੁੰਦੇ ਹਨ। ਗੁਰੂ ਜੀ ਨੇ ਉਸਦੀ ਇਹ ਗੱਲ ਸੁਣ ਕੇ ਆਖਿਆ, ਧੰਨ ਬਾਲ ਗੁਦਾਈ। ਇੱਥੇ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਅੰਮ੍ਰਿਤ ਵੇਲੇ ਅੱਗੇ ਹੀ ਤੁਰ ਪਏ। ਗੁਰੂ ਜੀ ਨੇ ਕਿਹਾ, ਹੇ ਬਾਲਾ, ਇਸ ਸ਼ਹਿਰ ਵਿੱਚ ਸਾਡਾ ਇੱਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ, ਚੱਲ ਉਸ ਨੂੰ ਮਿਲ ਆਈਏ। ਗੁਰੂ ਜੀ ਮੈਨੂੰ ਨਾਲ ਲੈ ਕੇ ਮੂਲੇ ਦੇ ਘਰ ਦੇ ਬੂਹੇ ਅੱਗੇ ਆਣ ਖੜ੍ਹੇ ਹੋਏ। ਮੂਲੇ ਦੀ ਇਸਤਰੀ ਨੇ ਗੁਰੂ ਜੀ ਨੂੰ ਵੇਖ ਕੇ ਮੂਲੇ ਨੂੰ ਆਖਿਆ, ਜਿਨ੍ਹਾਂ ਦੇ ਨਾਲ ਤੂੰ ਪਹਿਲਾਂ ਗਿਆ ਸੀ ਉਹ ਸਾਧੂ ਬਾਹਰ ਬੂਹੇ ਅੱਗੇ ਖੜ੍ਹੇ ਹਨ, ਤੂੰ ਘਰ ਅੰਦਰ ਛੁਪ ਕੇ ਬੈਠ ਜਾ, ਨਹੀਂ ਤਾਂ ਫੇਰ ਤੈਨੂੰ ਲੈ ਜਾਣਗੇ। ਇਸਤਰੀ ਦੀ ਇਹ ਗੱਲ ਸੁਣ ਕੇ ਮੂਲਾ ਗੋਹਿਆਂ ਦੇ ਗਹੂਰੇ ਵਿੱਚ ਵੜ ਕੇ ਲੁਕ ਗਿਆ। ਗੁਰੂ ਜੀ ਨੇ ਮੂਲਾ ਮੂਲਾ ਕਹਿੰਦੇ 2 ਵਾਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਪਰ ਉਸ ਦੀ ਇਸਤਰੀ ਨੇ ਕਿਹਾ, ਸੰਤ ਜੀ, ਉਹ ਬਾਹਰ ਕਿਸੇ ਕੰਮ ਪਿੰਡ ਗਿਆ ਹੋਇਆ ਹੈ, ਘਰ ਨਹੀਂ ਹੈ। ਗੁਰੂ ਜੀ ਨੇ ਕਿਹਾ, ਮੂਲਾ ਬੇਮੁਖ ਕਰਮਹੀਨ ਹੈ, ਅਸੀਂ ਉਸ ਨੂੰ ਮਿਲਣ ਆਏ ਹਾਂ ਤੇ ਉਹ ਇਸਤਰੀ ਦੇ ਆਖੇ ਘਰ ਵਿੱਚ ਲੁਕ ਗਿਆ ਹੈ। ਫਿਰ ਆਪ ਜੀ ਨੇ ਇਹ ਬਚਨ ਕਿਹਾ, ਸ਼ਲੋਕ, ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਇਹ ਬਚਨ ਸੁਣ ਕਰਕੇ ਗੁਰੂ ਜੀ ਮੁੜ ਕੇ ਆਪਣੇ ਅਸਥਾਨ 'ਤੇ ਆਣ ਬੈਠੇ। ਪਿੱਛੋਂ ਮੂਲੇ ਨੂੰ ਗਹੂਰੇ ਵਿੱਚੋਂ ਕਾਲਾ ਸੱਪ ਲੜ ਗਿਆ ਤੇ ਉਹ ਹਾਏ ਹਾਏ ਕਰਦਾ ਗਹੂਰੇ ਵਿੱਚੋਂ ਬਾਹਰ ਨਿਕਲ ਕੇ ਇਸਤਰੀ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਜੀਵਨ ਗਵਾਇਆ, ਉਹਨਾਂ ਪਾਸ ਮੈਨੂੰ ਲੈ ਚੱਲ, ਮੈਂ ਆਪਣੇ ਗੁਨਾਹ ਬਖਸ਼ਾ ਲਵਾਂਗਾ। ਫਿਰ ਮੂਲਾ ਬੇਹੋਸ਼ ਹੋ ਗਿਆ ਤੇ ਉਸਨੂੰ ਕੋਈ ਸੁੱਧ ਨਾ ਰਹੀ। ਇਹ ਗੱਲ ਸਾਰੇ ਸ਼ਹਿਰ ਵਿੱਚ ਪ੍ਰਗਟ ਹੋ ਗਈ ਕਿ ਮੂਲੇ ਦੇ ਘਰ ਸੰਤ ਗਏ ਸਨ ਤੇ ਮੂਲਾ ਲੁਕ ਗਿਆ।
ਉਹਨਾਂ ਦੀ ਅਵੱਗਿਆ ਕਰਨ ਕਰਕੇ ਮੂਲੇ ਨੂੰ ਸੱਪ ਨੇ ਡੰਗ ਲਿਆ ਹੈ। ਬੇਅੰਤ ਲੋਕ ਉਸ ਨੂੰ ਵੇਖਣ ਆ ਗਏ ਅਤੇ ਫਿਰ ਮੂਲੇ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਗਏ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਨੂੰ ਜਿੰਦਾ ਕਰ ਦਿਓ। ਇਸ ਨੇ ਤੁਹਾਡੀ ਅਵੱਗਿਆ ਕਰਕੇ ਬੜੀ ਗਲਤੀ ਕੀਤੀ ਹੈ, ਇਸ ਨੂੰ ਬਖਸ਼ ਦਿਓ। ਗੁਰੂ ਜੀ ਕਿਹਾ, ਇਸ ਦਾ ਕਾਲ ਆ ਗਿਆ ਹੈ, ਹੁਣ ਇਹ ਜਿੰਦਾ ਨਹੀਂ ਹੋ ਸਕਦਾ। ਹਾਂ, ਅੰਤ ਸਮੇਂ ਜੋ ਇਸ ਨੇ ਸਾਡੇ ਦਰਸ਼ਨ ਕੀਤੇ ਹਨ, ਇਸ ਦਾ ਫਲ ਇਸ ਨੂੰ ਸਹਾਈ ਹੋਵੇਗਾ। ਜਦ ਅਸੀਂ 10ਵਾਂ ਜਾਮਾ ਪਹਿਨਾਂਗੇ ਤਾਂ ਇਸ ਦੀ ਮੁਕਤੀ ਹੋ ਜਾਵੇਗੀ, ਜਨਮ ਮਰਨ ਛੁੱਟ ਜਾਵੇਗਾ। ਤਦ ਤੱਕ ਇਹ ਸੂਰ, ਸਹਿਆ ਤੇ ਹਰਣ ਆਦਿਕ ਜੂਨਾਂ ਵਿੱਚ ਜਨਮ ਲਵੇਗਾ। ਇਹ ਗੱਲ ਸੁਣ ਕੇ ਮੂਲੇ ਦੇ ਸੰਬੰਧੀ ਉਸ ਨੂੰ ਘਰ ਲੈ ਗਏ ਤੇ ਉਹ ਘਰ ਪਹੁੰਚ ਕੇ ਮਰ ਗਿਆ। ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ, ਕੁਝ ਸਮਾਂ ਹੋਰ ਠਹਿਰ ਕੇ ਸਾਡਾ ਉਧਾਰ ਕਰੋ। ਗੁਰੂ ਜੀ ਨੇ ਕਿਹਾ, ਪਹਿਲਾਂ ਇੱਥੇ ਧਰਮਸ਼ਾਲਾ ਬਣਵਾਓ, ਫਿਰ ਜਦ ਕੜਾਹ ਪ੍ਰਸ਼ਾਦ ਕਰਕੇ ਅਰਦਾਸਾਂ ਕਰੋਗੇ ਤਾਂ ਤੁਹਾਡੀ ਮੁਰਾਦ ਪੂਰੀ ਹੋਵੇਗੀ। ਉਪਰੰਤ ਗੁਰੂ ਜੀ ਚਰਨ ਪਹੁਲ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ। ਇਸ ਤਰ੍ਹਾਂ ਇਸ ਜਗ੍ਹਾ 'ਤੇ ਗੁਰਦੁਆਰਾ ਬੇਰ ਬਾਬਾ ਨਾਨਕ ਪ੍ਰਸਿੱਧ ਹੈ। ਭਾਈ ਬਾਲੇ ਨੇ ਕਿਹਾ ਕਿ ਗੁਰੂ ਜੀ ਸਿਆਲਕੋਟ ਤੋਂ ਚੱਲ ਕੇ ਕਰਤਾਰਪੁਰ ਆ ਵਿਰਾਜੇ। ਆਪ ਜੀ ਦੇ ਆਗਮਨ ਕਰਕੇ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਕੀਰਤਨ ਕੀਤੇ, ਕੜਾਹ ਪ੍ਰਸ਼ਾਦ ਦੇ ਗੱਫੇ ਵਰਤਾਏ ਗਏ। ਚਾਰੇ ਦਿਸ਼ਾ ਵਿੱਚ ਨਾਮ ਦਾ ਚੱਕਰ ਚਲਾ ਕੇ ਗੁਰੂ ਜੀ ਨੇ ਹੁਣ ਫਕੀਰੀ ਪਹਿਰਾਵਾ ਉਤਾਰ ਦਿੱਤਾ ਅਤੇ ਗ੍ਰਹਸਥੀ ਬਾਣਾ ਧਾਰਨ ਕਰ ਲਿਆ। ਖੇਤੀ ਦਾ ਕੰਮ, ਅੰਨ ਦਾਣੇ ਵਾਸਤੇ ਆਰੰਭ ਕਰਕੇ ਅਟੁੱਟ ਲੰਗਰ ਦੀ ਦੇਗ ਚਲਾ ਦਿੱਤੀ। ਆਪ ਜੀ ਦੇ ਦਰਸ਼ਨ ਕਰਨ ਵਾਸਤੇ ਦੂਰ ਨੇੜੇ ਤੋਂ ਸਿੱਖ ਸੰਗਤਾਂ ਆਉਣ ਲੱਗ ਪਈਆਂ। ਸਵਾ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਆਰੰਭ ਹੋ ਜਾਂਦਾ ਤੇ ਸਤਨਾਮ ਦੇ ਸਿਮਰਨ ਦਾ ਉਪਦੇਸ਼ ਸਭ ਊਚ ਨੀਚ ਨੂੰ ਨਿਸ਼ਚਾ ਕਰਾਉਂਦੇ, ਜਿਸ ਨੂੰ ਮੰਨ ਕੇ ਬੜਭਾਗੀ ਸਿੱਖ ਸੁੱਖ ਪਾਉਂਦੇ ਅਤੇ ਆਪਣਾ ਜਨਮ ਮਰਨ ਸਵਾਰਦੇ। ਕੁਝ ਸਮੇਂ ਉਪਰੰਤ ਗੁਰੂ ਜੀ ਦਾ ਕਰਤਾਰਪੁਰ ਨਿਵਾਸ ਸੁਣ ਕੇ ਅਜੀਤਾ ਵੀ ਇੱਥੇ ਹੀ ਆ ਰਿਹਾ। ਜਦ ਕੁਝ ਸਮਾਂ ਇੱਥੇ ਬੀਤ ਗਿਆ ਤਾਂ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਦਾ ਸਮਾਂ ਆ ਗਿਆ। ਇੱਥੇ ਬਹੁਤ ਸਿੱਧ ਇਸ ਮੇਲੇ 'ਤੇ ਆਉਂਦੇ ਸਨ ਅਤੇ ਲੋਕ ਉਹਨਾਂ ਨੂੰ ਭੇਟਾ ਅਰਪਣ ਕਰਕੇ ਪੂਜਾ ਕਰਦੇ ਸਨ। ਗੁਰੂ ਜੀ ਕੁਝ ਸਿੱਖਾਂ ਅਤੇ ਅਜੀਤੇ ਨੂੰ ਨਾਲ ਲੈ ਕੇ ਮੇਲੇ ਉੱਤੇ ਚਲੇ ਗਏ। ਰਾਤ ਨੂੰ ਬੜੀ ਅੰਧੇਰੀ ਆਈ, ਜਿਸ ਨਾਲ ਬਹੁਤ ਕੰਕਰ ਤੇ ਧੂੜ ਉੱਡੀ। ਮੀਂਹ ਅਤੇ ਬਿਜਲੀ ਦੀ ਕੜਕ ਨੇ ਵੀ ਬੜਾ ਜ਼ੋਰ ਪਾਇਆ, ਜਿਸ ਨਾਲ ਬਿਰਛਾਂ ਉੱਤੇ ਬਸਣ ਵਾਲੇ ਪੰਛੀ ਮਰ ਗਏ। ਸਵੇਰੇ ਉੱਠ ਕੇ ਗੁਰੂ ਜੀ ਇੱਕ ਉੱਚੇ ਟਿੱਬੇ ਉੱਤੇ ਬੈਠ ਗਏ ਅਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਲੇ ਦੇ ਲੋਕ ਹੁਮਾ ਕੇ ਆਉਣ ਲੱਗੇ। ਸਿੱਧਾਂ ਵਾਸਤੇ ਲਿਆਂਦੀਆਂ ਹੋਈਆਂ ਭੇਟਾਂ ਆਪ ਜੀ ਦੇ ਅਰਪਣ ਹੋਣ ਲੱਗੀਆਂ। ਇਸ ਤਰ੍ਹਾਂ ਆਪ ਜੀ ਪਾਸ ਬਹੁਤ ਸੰਗਤਾਂ ਦੀ ਭੀੜ ਹੋ ਗਈ ਅਤੇ ਖੜੇ ਹੋਣ ਵਾਸਤੇ ਵੀ ਥਾਂ ਨਹੀਂ ਰਹੀ। ਜਦ ਸਿੱਧਾਂ ਵੱਲ ਕੋਈ ਨਾ ਗਿਆ ਤਾਂ ਉਹਨਾਂ ਦੇ ਮਨ ਵਿੱਚ ਨਿਰਾਸ਼ ਹੋ ਕੇ ਸਲਾਹ ਕੀਤੀ, ਜੇਕਰ ਇਹਨਾਂ ਨੂੰ ਹੁਣ ਹੌਲਾ ਨਾ ਕੀਤਾ ਤਾਂ ਇਹਨਾਂ ਦੀ ਚੜ੍ਹ ਮੱਚ ਜਾਵੇਗੀ ਤੇ ਸਾਡੀ ਮਾਨਤਾ ਘਟ ਜਾਵੇਗੀ। ਇਸ ਭਾਰੀ ਇਕੱਠ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸ਼ਰਮਿੰਦਾ ਕਰਨ ਲਈ ਸਾਨੂੰ ਪੂਰਾ ਯਤਨ ਕਰਨਾ ਚਾਹੀਦਾ ਹੈ। ਆਪਣੀ ਸ਼ਕਤੀ ਵਿਖਾਈਏ ਅਤੇ ਚਰਚਾ ਕਰਕੇ ਸਭ ਦੇ ਸਾਹਮਣੇ ਇਹਨਾਂ ਦਾ ਮਾਣ ਦੂਰ ਕਰੀਏ। ਸਾਰੇ ਸਿੱਧ ਇਹ ਸਲਾਹ ਕਰਕੇ ਗੁਰੂ ਜੀ ਪਾਸ ਆ ਗਏ। ਗੁਰੂ ਜੀ ਪਾਸ ਬਹੁਤ ਲੋਕਾਂ ਦੀ ਭੀੜ ਖੜੀ ਸੀ। ਖੜੇ ਹੋਣ ਨੂੰ ਕੋਈ ਥਾਂ ਨਹੀਂ ਸੀ। ਰੁਪਏ ਪੈਸੇ ਦੇ ਚੜਾਵੇ ਦੀ ਵਰਖਾ ਹੋ ਰਹੀ ਸੀ। ਗੁਰੂ ਜੀ ਦੀ ਇਸ ਤਰ੍ਹਾਂ ਹੁੰਦੀ ਮਹਿਮਾ ਨੂੰ ਵੇਖ ਸਿੱਧ ਬੜੇ ਖੁਨਸ਼ਾਈ ਈਰਖਾ ਕਰਕੇ ਮੇਲੇ ਨੂੰ ਉਜਾੜਨ ਵਾਸਤੇ ਉਹਨਾਂ ਨੇ ਰਸ ਧਾਰੀਆਂ ਦਾ ਰੁਪਏ ਪੈਸਿਆਂ ਨਾਲ ਭਰਿਆ ਹੋਇਆ ਲੋਟਾ ਭੰਗਰਨਾਥ ਨੂੰ ਕਿਤੇ ਲੁਕੋ ਦਿੱਤਾ। ਜਦ ਰਾਸਧਾਰੀਆਂ ਨੇ ਲੋਟਾ ਨਾ ਵੇਖਿਆ
ਤਾਂ ਉਹਨਾਂ ਨੂੰ ਸਭ ਕੁਝ ਨੱਚਣਾ ਟੱਪਣਾ ਭੁੱਲ ਗਿਆ ਤੇ ਲੋਟੇ ਦੀ ਪੁੱਛ-ਗਿੱਛ ਕਰਨ ਲੱਗ ਪਏ ਕਿ ਕਿਸੇ ਨੇ ਲਿਆ ਹੈ। ਗੁਰੂ ਜੀ ਨੇ ਆਪਣੀ ਅੰਤਰ-ਆਤਮਾ ਨਾਲ ਵੇਖਿਆ ਕਿ ਸਿੱਧਾਂ ਨੇ ਲੋਟਾ 200 ਕੋਹਾਂ 'ਤੇ ਆਪਣੀ ਸ਼ਕਤੀ ਨਾਲ ਆਕਾਸ਼ ਵਿੱਚ ਟਿਕਾਇਆ ਹੋਇਆ ਹੈ। ਤਦ ਗੁਰੂ ਜੀ ਨੇ ਆਪਣਾ ਹੱਥ ਉੱਚਾ ਕਰਕੇ ਲੋਟੇ ਨੂੰ ਫੜ ਕੇ ਰਾਸਧਾਰੀਆਂ ਨੂੰ ਲਿਆ ਦਿੱਤਾ। ਆਪ ਜੀ ਦੀ ਇਸ ਸ਼ਕਤੀ ਨੂੰ ਵੇਖ ਕੇ ਸਿੱਧ ਬੜੇ ਗੁੱਸੇ ਨਾਲ ਗੁਰੂ ਜੀ ਪਾਸ ਚਰਚਾ ਕਰਨ ਵਾਸਤੇ ਆ ਗਏ। ਭੰਗਰ ਨਾਥ ਨੇ ਕਿਹਾ, ਗੁਰੂ ਤੁਸੀਂ ਗਿਆਨ ਦੀ ਕੋਈ ਰੀਤੀ ਨਹੀਂ ਜਾਣੀ। ਦੁੱਧ ਵਿੱਚ ਕਾਜੀ ਪਾ ਕੇ ਉਸ ਨੂੰ ਖਰਾਬ ਕਰ ਦਿੱਤਾ ਹੈ। ਹੁਣ ਉਸ ਦੁੱਧ ਵਿੱਚੋਂ ਮੱਖਣ ਕਿਸ ਤਰ੍ਹਾਂ ਨਿਕਲੇਗਾ? ਪਹਿਲਾਂ ਤੁਸੀਂ ਪਰਿਵਾਰ ਨੂੰ ਤਿਆਗ ਕੇ ਉਦਾਸੀ ਹੋ ਕੇ ਫਿਰਦੇ ਰਹੇ, ਦੁਨੀਆ ਨੂੰ ਉਪਦੇਸ਼ ਕਰਦੇ ਰਹੇ, ਪਰ ਹੁਣ ਫਿਰ ਗ੍ਰਹਿਸਥੀਪਾਣਾ ਧਾਰਨ ਕਰ ਲਿਆ ਤੇ ਇਸਤਰੀ ਪੁੱਤਰਾਂ ਵਿੱਚ ਵੱਡ ਪਰਿਵਾਰੀ ਬਣ ਕੇ ਬੈਠ ਗਏ ਹੋ। ਗ੍ਰਹਿਸਥ ਵਿੱਚ ਫਸ ਕੇ ਉਧਾਰ ਨਹੀਂ ਹੋ ਸਕਦਾ। ਗੁਰੂ ਜੀ ਨੇ ਇਹ ਗੱਲਾਂ ਸੁਣ ਕੇ ਭੰਗਰ ਨਾਥ ਨੂੰ ਕਿਹਾ, ਤੂੰ ਤੱਤ ਨਹੀਂ ਜਾਣਿਆ, ਅਣਜਾਣ ਹੀ ਰਿਹਾ ਹੈ। ਤੇਰੀ ਮਾਂ ਕੁਚੱਜੀ ਸੀ, ਜਿਸ ਨੂੰ ਭਾਂਡਾ ਧੋਣ ਦੀ ਜਾਂਚ ਨਹੀਂ ਸੀ, ਜਿਸ ਕਰਕੇ ਦੁੱਧ ਫਟ ਗਿਆ ਅਤੇ ਮੱਖਣ ਨਹੀਂ ਆਇਆ। ਤੂੰ ਗ੍ਰਹਿਸਥ ਨੂੰ ਤਿਆਗ ਕੇ ਅਤੀਤ ਹੋ ਗਿਆ, ਪਰ ਭੋਜਨ ਮੰਗਣ ਵਾਸਤੇ ਫਿਰ ਗ੍ਰਹਿਸਥੀਆਂ ਦੇ ਘਰਾਂ ਵਿੱਚ ਹੀ ਮੰਗਦਾ ਫਿਰਦਾ, ਸ਼ਰਮ ਨਹੀਂ ਕਰਦਾ। ਆਪ ਜੀ ਦੇ ਇਹ ਬਚਨ ਸੁਣ ਕੇ ਸ਼ੰਭੂਨਾਥ ਸਿੱਧ ਨੇ ਕਿਹਾ, ਤੁਸੀਂ ਜਗਤ ਨੂੰ ਸ਼ਕਤੀ ਦਿਖਾਉਂਦੇ ਰਹੇ ਹੋ, ਕੁਝ ਸਾਨੂੰ ਵੀ ਦੱਸੋ। ਤਾਂ ਤੁਸੀਂ ਲੁਕੋ ਕੇ ਆਪਣੀ ਅਸੀਂ ਲੱਭਦੇ ਹਾਂ, ਨਹੀਂ ਤਾਂ ਅਸੀਂ ਲੁਕਦੇ ਹਾਂ, ਤੁਸੀਂ ਲੱਭੋ। ਗੁਰੂ ਜੀ ਨੇ ਕਿਹਾ, ਜੇ ਤੁਸੀਂ ਆਪਣੀ ਸ਼ਕਤੀ ਦਿਖਾਉਣਾ ਚਾਹੁੰਦੇ ਹੋ ਤਾਂ ਜਿੱਥੇ ਤੁਹਾਡੀ ਇੱਛਾ ਹੈ ਲੁਕ ਜਾਓ। ਇਹ ਗੱਲ ਸੁਣ ਕੇ ਕੋਈ ਸਿੱਧ ਪੂਰਬ ਦਿਸ਼ਾ, ਕੋਈ ਪੱਛਮ, ਕੋਈ ਉੱਤਰ ਤੇ ਕੋਈ ਦੱਖਣ ਵਿੱਚ ਜਾ ਲੁਕਿਆ, ਕੋਈ ਆਕਾਸ਼ ਤੇ ਕੋਈ ਪਾਤਾਲ, 10 ਦਿਸ਼ਾ ਵਿੱਚ ਜਾ ਲੁਕੇ। ਗੁਰੂ ਜੀ ਨੇ ਜਿੰਨੇ ਸਿੱਧ ਲੁਕੇ ਸਨ, ਓਨੇ ਹੀ ਸਰੂਪ ਧਾਰਨ ਕਰਕੇ ਸਭ ਨੂੰ ਚੋਟੀ ਤੋਂ ਫੜ ਕੇ ਆਪਣੇ ਟਿਕਾਣੇ 'ਤੇ ਲੈ ਆਂਦਾ। ਸਿੱਧ ਇਹ ਕੌਤਕ ਵੇਖ ਕੇ ਬੜੇ ਸ਼ਰਮਿੰਦਾ ਹੋਏ ਅਤੇ ਚੁੱਪ ਕਰਕੇ ਬੈਠ ਗਏ। ਤਦ ਗੁਰੂ ਜੀ ਨੇ ਕਿਹਾ, ਹੁਣ ਅਸੀਂ ਲੁਕਦੇ ਹਾਂ, ਤੁਸਾਂ ਲੱਭਣਾ, ਪਰ ਜੇ ਸਾਨੂੰ ਲੱਭ ਨਾ ਸਕੋ ਤਾਂ ਟੱਕਾ ਰੱਖ ਕੇ ਅਰਦਾਸ ਕਰਨੀ ਅਤੇ ਧਰਤੀ ਉੱਤੇ ਸੀਸ ਰੱਖ ਕੇ ਮੱਥਾ ਟੇਕਣਾ, ਅਸੀਂ ਤਤਕਾਲ ਹੀ ਦਰਸ਼ਨ ਦੇ ਦਿਆਂਗੇ। ਇਹ ਸੁਝਾਅ ਦੇ ਕੇ ਗੁਰੂ ਜੀ ਨੇ ਆਪਣੇ ਸਰੀਰ ਦੇ 5 ਤੱਤ ਪ੍ਰਿਥਵੀ, ਅਗਨੀ, ਪੌਣ, ਪਾਣੀ ਤੇ ਆਕਾਸ਼ 5 ਤੱਤਾਂ ਵਿੱਚ ਮੇਲ ਦਿੱਤੇ। ਉਪਰੰਤ ਸਿੱਧ ਸਾਰੇ ਪ੍ਰਿਥਵੀ, ਆਕਾਸ਼ ਤੇ ਪਾਤਾਲ ਦੇ ਕੋਨੇ-ਕੋਨੇ ਵਿੱਚ ਲੱਭ ਥੱਕੇ, ਪਰ ਗੁਰੂ ਜੀ ਉਹਨਾਂ ਨੂੰ ਨਾ ਲੱਭ ਸਕੇ। ਤਦ ਹਾਰ ਥੱਕ ਕੇ ਉਹਨਾਂ ਨੇ ਇਕੱਠੇ ਹੋ ਕੇ ਜਦ ਇੱਕ ਟਕਾ ਰੱਖ ਕੇ ਅਰਦਾਸ ਕਰਕੇ ਮੱਥਾ ਟੇਕਿਆ ਤਾਂ ਗੁਰੂ ਜੀ ਆਸਣ 'ਤੇ ਵਿਰਾਜਮਾਨ ਹੋ ਕੇ ਦਰਸ਼ਨ ਦੇ ਰਹੇ ਸਨ। ਸਿੱਧ ਬੜੇ ਸ਼ਰਮਿੰਦਾ ਹੋ ਕੇ ਕੁਝ ਬੋਲ ਨਾ ਸਕੇ ਅਤੇ ਹੋਰ ਕੁਝ ਸ਼ਕਤੀਆਂ ਵਿਖਾਉਣ ਲਈ ਅਨੇਕਾਂ ਰੂਪ ਧਾਰਨ ਕਰ ਲਏ। ਕੋਈ ਸ਼ੇਰ ਬਣ ਗਿਆ, ਕੋਈ ਅੱਗ ਦੇ ਅੰਗਿਆਰ ਖਾਣ ਲੱਗਾ, ਕੋਈ ਮਿਰਗਾਨੀ ਨੂੰ ਲੈ ਕੇ ਆਕਾਸ਼ ਵਿੱਚ ਉਡਾਈ ਫਿਰੇ, ਕੋਈ ਅਜਗਰ ਸੱਪ ਬਣ ਕੇ ਫੁਕਾਰੇ ਮਾਰਦਾ ਫਿਰਨ ਲੱਗਾ, ਕਿਸੇ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ, ਕੋਈ ਅੱਗ ਦੇ ਅੰਗਾਰ ਫੜ ਕੇ ਆਕਾਸ਼ ਵਿੱਚ ਉੱਡਣ ਲੱਗਾ, ਕਈ ਆਕਾਸ਼ ਵਿੱਚ ਚੜ੍ਹ ਕੇ ਕਿਲਕਾਰੀਆਂ ਮਾਰਨ ਲੱਗੇ ਅਤੇ ਧਰਤੀ ਉੱਤੇ ਅੱਗ ਦਾ ਮੀਂਹ ਬਰਸਾਉਣ ਲੱਗੇ। ਇਹ ਕੌਤਕ ਵੇਖ ਕੇ ਮੇਲੇ ਦੇ ਲੋਕ ਬੜੇ ਡਰ ਗਏ ਅਤੇ ਇੱਧਰ ਉੱਧਰ ਭੱਜਣ ਲੱਗੇ। ਤਦ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਅਜਿੱਤੇ ਨੂੰ ਆਖਿਆ ਕਿ ਸਭ ਆਦਮੀਆਂ ਦੇ ਚੁਫੇਰੇ ਵਾਹਿਗੁਰੂ ਆਖ ਕੇ ਲਕੀਰ ਖਿੱਚ ਦੇ। ਅਜਿੱਤੇ ਨੇ ਹੁਕਮ ਮੰਨ ਕੇ ਲਕੀਰ ਖਿੱਚ ਦਿੱਤੀ ਅਤੇ ਆਪ ਸਰੋਵਰ ਦੇ ਪਾਣੀ ਉੱਤੇ ਆਪਣਾ ਚਾਦਰ ਖਿੰਡਾਰ ਕੇ ਉੱਪਰ ਬੈਠ ਗਿਆ ਅਤੇ ਸਰੋਵਰ ਵਿੱਚ ਮਰੇ ਹੋਏ ਪੰਛੀਆਂ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਜਿਉਂਦੇ ਕਰਕੇ ਉਡਾਈ ਜਾਣ ਲੱਗਾ। ਇਹ ਕੌਤਕ ਵੇਖਣ ਵਾਸਤੇ ਬਹੁਤ ਲੋਕ ਇਕੱਠੇ ਹੋ ਗਏ। ਇੱਧਰ ਗੁਰੂ ਜੀ ਨੇ ਅਜਿੱਤੇ ਪਾਸੋਂ ਜਿਹੜੀ ਲਕੀਰ ਖਿਚਵਾਈ ਸੀ, ਉਹਦੇ ਕਾਰਨ ਸਿੱਧ ਉਸਦੇ ਅੰਦਰ ਗੁਰੂ ਜੀ ਪਾਸ ਨਹੀਂ ਜਾ ਸਕਦੇ, ਬਾਹਰ ਹੀ ਭਿਆਨਕ ਰੂਪ ਧਾਰ ਕੇ ਲੋਕਾਂ ਨੂੰ ਵਿਖਾ ਰਹੇ ਸਨ। ਜਦ ਗੁਰੂ ਜੀ ਨੇ ਵੇਖਿਆ ਕਿ ਇਹ ਅਜੇ ਵੀ ਸ਼ਰਾਰਤਾਂ ਤੋਂ ਨਹੀਂ ਟਲਦੇ
ਤਾਂ ਆਪ ਜੀ ਨੇ ਉਹਨਾਂ ਵੱਲ ਨਜ਼ਰ ਭਰ ਕੇ ਵੇਖਿਆ ਅਤੇ ਉਹਨਾਂ ਦੀ ਸਾਰੀ ਸ਼ਕਤੀ ਖਿੱਚ ਲਈ। ਜਦ ਸਿੱਧਾਂ ਨੇ ਆਪਣੇ ਆਪ ਨੂੰ ਸ਼ਕਤੀਹੀਣ ਵੇਖਿਆ ਤਾਂ ਸ਼ਰਮਿੰਦਾ ਹੋ ਕੇ ਬੈਠ ਗਏ। ਸਿੱਧਾਂ ਦੀ ਇਹ ਦਸ਼ਾ ਵੇਖ ਕੇ ਮੰਗਲਨਾਥ ਤੇ ਪ੍ਰਾਣਨਾਥ ਸਿੱਧ, ਜੋ ਗੁਰੂ ਜੀ ਦੇ ਸ਼ਰਧਾਲੂ ਸਨ, ਪ੍ਰਸੰਨ ਹੋਏ ਕਿ ਇਹਨਾਂ ਸਾਡਾ ਕਹਿਆ ਨਹੀਂ ਸੀ ਮੰਨਿਆ ਤੇ ਖੂਬ ਟਪਾ ਕੇ ਬੈਠੇ ਹਨ।